ਹੈਲੋ ਬੱਚੋ, ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10th ਸਾਇੰਸ ਦਾ ਚੈਪਟਰ ਨੰਬਰ 5 ਜਿਹਦਾ ਟਾਈਟਲ ਹੈ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਤੇ ਅੱਜ ਅਸੀਂ ਇਸ ਚੈਪਟਰ ਦਾ 3rd ਭਾਗ ਕਰਨ ਜਾ ਰਹੇ ਹਾਂ। ਪੰਜਾਬੀ ਵਿੱਚ ਅਧਿਆਇ 5 ਨੂੰ ਤੱਤਾਂ ਦਾ ਆਵਰਤੀ ਵਰਗੀਕਰਨ ਕਿਹਾ ਜਾਂਦਾ ਹੈ। ਇਸ ਚੈਪਟਰ ਦੀ ਦੂਜੀ ਵੀਡੀਓ ਦੇ ਵਿੱਚ ਅਸੀਂ ਆਲਰੇਡੀ ਲੌਂਗ ਫਾਰਮ ਆਫ ਪੀਰੀਓਡਿਕ ਟੇਬਲ ਜਾਂ ਮਾਡਰਨ ਪੀਰੀਓਡਿਕ ਟੇਬਲ ਦੇ ਬਾਰੇ ਡਿਸਕਸ਼ਨ ਕੀਤੀ ਸੀਗੀ ਤੇ ਅੱਜ ਦੀ ਵੀਡੀਓ ਵਿੱਚ ਯਾਨੀ ਕਿ ਭਾਗ 3 ਦੀ ਵੀਡੀਓ ਵਿੱਚ ਵੀ ਅਸੀਂ ਮਾਡਰਨ ਪੀਰੀਓਡਿਕ ਟੇਬਲ ਨੂੰ ਹੀ ਕੰਟੀਨਿਊ ਕਰਾਂਗੇ। ਅਸੀਂ ਦੇਖਿਆ ਸੀਗਾ ਕਿ ਲੌਂਗ ਫਾਰਮ ਆਫ ਪੀਰੀਓਡਿਕ ਟੇਬਲ ਦੇ ਵਿੱਚ ਜਿਹੜੇ ਐਲੀਮੈਂਟਸ ਨੇ ਉਹਨਾਂ ਨੂੰ ਜਦੋਂ ਉਹਨਾਂ ਦੇ ਇਨਕਰੀਜ਼ਿੰਗ ਆਰਡਰ ਆਫ ਐਟੋਮਿਕ ਨੰਬਰ ਦੇ ਅਕੋਰਡਿੰਗਲੀ ਅਰੇਂਜ ਕੀਤਾ ਜਾਂਦਾ ਹੈ ਤਾਂ ਫਿਰ ਇੱਕ ਰੈਗੂਲਰ ਇੰਟਰਵਲ ਤੋਂ ਬਾਅਦ ਜਾਂ ਇੱਕ ਸਰਟਨ ਗੈਪ ਤੋਂ ਬਾਅਦ ਸਿਮਿਲਰ ਪ੍ਰੋਪਰਟੀਜ਼ ਵਾਲੇ ਐਲੀਮੈਂਟਸ ਜਿਹੜੇ ਨੇ ਨਾ ਉਹ ਰਿਪੀਟ ਹੁੰਦੇ ਨੇ, ਜਿਹਨੂੰ ਅਸੀਂ ਕਹਿੰਦੇ ਆ ਪੀਰੀਓਡਿਸਿਟੀ। ਤੇ ਚਲੋ ਫਿਰ ਡਿਟੇਲ 'ਚ ਡਿਸਕਸ਼ਨ ਕਰਦੇ ਹਾਂ ਕਿ ਵਾਟ ਇਜ਼ ਪੀਰੀਓਡਿਸਿਟੀ ਐਂਡ ਵਾਟ ਆਰ ਪੀਰੀਓਡਿਕ ਪ੍ਰੋਪਰਟੀਜ਼। ਜਦੋਂ ਅਸੀਂ ਤੱਤਾਂ ਦੇ ਐਟੋਮਿਕ ਨੰਬਰ ਜਿਹੜੇ ਨੇ ਯਾਨੀ ਕਿ ਜਿਹੜੇ ਪਰਮਾਣੂ ਅੰਕ ਨੇ ਉਹਨਾਂ ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਐਲੀਮੈਂਟਸ ਨੂੰ ਅਰੇਂਜ ਕਰਦੇ ਹਾਂ ਤਾਂ ਅਸੀਂ ਇਹ ਵੇਖਦੇ ਹਾਂ ਕਿ ਇੱਕ ਸਰਟਨ ਰੈਗੂਲਰ ਇੰਟਰਵਲ ਜਾਂ ਇੱਕ ਫਿਕਸਡ ਇੰਟਰਵਲ ਤੋਂ ਬਾਅਦ ਜਿਹੜੀਆਂ ਪ੍ਰੋਪਰਟੀਜ਼ ਆਫ ਐਲੀਮੈਂਟਸ ਨੇ ਨਾ ਉਹ ਰੀਅਕਰ ਕਰਦੀਆਂ ਨੇ ਯਾਨੀ ਕਿ ਰਿਪੀਟ ਹੁੰਦੀਆਂ ਨੇ। ਸੋ ਆਹੀ ਜਿਹੜਾ ਰੀਅਕਰੈਂਸ ਆਫ ਪ੍ਰੋਪਰਟੀਜ਼ ਆਫ ਐਲੀਮੈਂਟਸ ਆਫਟਰ ਅ ਸਰਟਨ ਰੈਗੂਲਰ ਇੰਟਰਵਲ ਇਹਨੂੰ ਅਸੀਂ ਪੀਰੀਓਡਿਸਿਟੀ ਕਹਿੰਦੇ ਹਾਂ। ਪੀਰੀਓਡਿਸਿਟੀ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਵੀ ਪ੍ਰੋਪਰਟੀਜ਼ ਨੇ ਕਿਸੇ ਵੀ ਐਲੀਮੈਂਟ ਦੀਆਂ ਉਹਨਾਂ ਨੂੰ ਪੀਰੀਓਡਿਕ ਪ੍ਰੋਪਰਟੀਜ਼ ਕਿਹਾ ਜਾਂਦਾ ਹੈ ਔਰ ਇਹ ਜਿਹੜੀਆਂ ਪ੍ਰੋਪਰਟੀਜ਼ ਨੇ ਇਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਿਸੇ ਵੀ ਐਲੀਮੈਂਟ ਦੀ ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਯਾਨੀ ਕਿ ਜਿਹੜੀ ਇਲੈਕਟ੍ਰੋਨਿਕ ਤਰਤੀਬ ਹੈ ਉਹਦੇ ਨਾਲ ਰਿਲੇਟਡ ਹੁੰਦੀ ਹੈ। ਸੋ ਜਦੋਂ ਵੀ ਅਸੀਂ ਮੂਵ ਕਰਦੇ ਹਾਂ ਪੀਰੀਓਡਿਕ ਟੇਬਲ 'ਚ ਫਰੋਮ ਲੈਫਟ ਟੂ ਰਾਈਟ ਯਾਨੀ ਕਿ ਇੱਕ ਪੀਰੀਅਡ ਦੇ ਵਿੱਚ ਜਾਂ ਫਰੋਮ ਟੌਪ ਟੂ ਬਾਟਮ ਇਨ ਅ ਗਰੁੱਪ ਤਾਂ ਇਹ ਜਿਹੜੀਆਂ ਹੁੰਦੀਆਂ ਨੇ ਪੀਰੀਓਡਿਕ ਪ੍ਰੋਪਰਟੀਜ਼ ਇਹ ਇੱਕ ਸਪੈਸ਼ਲ ਪੈਟਰਨ ਦੇ ਵਿੱਚ ਚੇਂਜ ਹੁੰਦੀਆਂ ਨੇ। ਕਿੱਦਾਂ ਚੇਂਜ ਹੁੰਦੀਆਂ ਨੇ ਇਹੀ ਅਸੀਂ ਇਸ ਵੀਡੀਓ ਦੇ ਵਿੱਚ ਡਿਟੇਲ 'ਚ ਡਿਸਕਸ ਕਰਾਂਗੇ। ਅੱਜ ਦੀ ਵੀਡੀਓ ਵਿੱਚ ਅਸੀਂ ਇਹ ਦੇਖਾਂਗੇ ਕਿ ਅਲੋਂਗ ਦਾ ਪੀਰੀਅਡ ਐਂਡ ਡਾਊਨ ਦਾ ਗਰੁੱਪ ਐਟੋਮਿਕ ਸਾਈਜ਼, ਵੈਲੈਂਸੀ, ਇਲੈਕਟ੍ਰੋਨੈਗੇਟਿਵਿਟੀ, ਇਲੈਕਟ੍ਰੋਪੋਜ਼ਿਟਿਵਿਟੀ, ਮੈਟੈਲਿਕ ਐਂਡ ਨਾਨ ਮੈਟੈਲਿਕ ਕਰੈਕਟਰਸ ਐਂਡ ਨੇਚਰ ਆਫ ਆਕਸਾਈਡਸ ਕਿੱਦਾਂ ਚੇਂਜ ਹੁੰਦੇ ਨੇ ਜਾਂ ਕਿੱਦਾਂ ਦੀ ਪੀਰੀਓਡਿਸਿਟੀ ਸ਼ੋ ਕਰਦੇ ਨੇ। ਪਹਿਲੀ ਐਕਟੀਵਿਟੀ ਦੇ ਨਾਲ ਸਟਾਰਟ ਕਰਦੇ ਹਾਂ। ਸਾਡੀ ਜਿਹੜੀ ਪਹਿਲੀ ਐਕਟੀਵਿਟੀ ਆ ਉਹਦੇ ਵਿੱਚ ਅਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਸਟੱਡੀ ਕਰਨੀ ਆ ਡਾਊਨ ਦਾ ਗਰੁੱਪ। ਐਕਟੀਵਿਟੀ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਆਧੁਨਿਕ ਆਵਰਤੀ ਸਾਰਨੀ ਯਾਨੀ ਕਿ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਹੈ ਉਹਦੇ ਗਰੁੱਪ 1 ਵਿੱਚ ਮੌਜੂਦ ਤੱਤਾਂ ਦੇ ਨਾਂ ਦੱਸੋ ਤੇ ਗਰੁੱਪ 1 ਦੇ ਪਹਿਲੇ 3 ਤੱਤਾਂ ਦੀ ਇਲੈਕਟ੍ਰੋਨਿਕ ਤਰਤੀਬ ਯਾਨੀ ਕਿ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਫ ਫਸਟ 3 ਐਲੀਮੈਂਟਸ ਆਪਾਂ ਦੱਸਣੇ ਆ ਗਰੁੱਪ 1 ਦੇ। ਇਹਨਾਂ ਤੱਤਾਂ ਦੀ ਇਲੈਕਟ੍ਰੋਨਿਕ ਤਰਤੀਬ ਵਿੱਚ ਕੀ ਸਮਾਨਤਾ ਹੈ ਯਾਨੀ ਕਿ ਇਲੈਕਟ੍ਰੋਨਿਕ ਕਨਫੀਗਰੇਸ਼ਨ ਡਿਸਕਸ ਕਰਦੇ ਹਾਂ ਤੇ ਦੇਖਦੇ ਹਾਂ ਵੀ ਕੀ ਸਿਮਿਲੈਰਿਟੀਜ਼ ਨੇ ਐਂਡ 3 ਐਲੀਮੈਂਟਸ ਗਰੁੱਪ 1 ਦੇ ਇਹਨਾਂ ਦੇ ਵਿੱਚ ਵੇਲੈਂਸ ਇਲੈਕਟ੍ਰੋਨਸ ਯਾਨੀ ਕਿ ਸੰਯੋਜਕ ਇਲੈਕਟ੍ਰੋਨ ਕਿੰਨੇ ਕਿੰਨੇ ਹੁੰਦੇ ਨੇ। ਠੀਕ ਹੈ, ਪਹਿਲਾਂ ਆਪਾਂ ਝਾਤੀ ਮਾਰਦੇ ਹਾਂ ਪੀਰੀਓਡਿਕ ਟੇਬਲ ਦੇ ਉੱਤੇ ਤੇ ਫਿਰ ਇਸ ਐਕਟੀਵਿਟੀ ਨੂੰ ਸੋਲਵ ਕਰਦੇ ਹਾਂ। ਇਹ ਹੈਗਾ ਜੀ ਆਪਣੇ ਕੋਲ ਮਾਡਰਨ ਪੀਰੀਓਡਿਕ ਟੇਬਲ ਜਾਂ ਲੌਂਗ ਫਾਰਮ ਆਫ ਪੀਰੀਓਡਿਕ ਟੇਬਲ ਤੇ ਜਿੱਦਾਂ ਕਿ ਅਸੀਂ ਭਾਗ 2 ਦੀ ਵੀਡੀਓ ਵਿੱਚ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਵੀ ਇਹਦੇ ਵਿੱਚ 18 ਗਰੁੱਪ ਹੁੰਦੇ ਨੇ। ਆਹ ਜਿਹੜੇ ਵਰਟੀਕਲ ਕਾਲਮਸ ਨੇ ਠੀਕ ਹੈ ਨਾ ਉੱਤੋਂ ਥੱਲੇ ਵੱਲ ਨੂੰ ਜਾਂਦੇ ਹੋਏ ਇਹ ਕੀ ਨੇ, ਇਹ ਨੇ ਗਰੁੱਪਸ। ਜਿੱਦਾਂ ਕਿ ਆਹ ਪਹਿਲਾ ਗਰੁੱਪ ਹੈ ਜਿਹਨੂੰ ਅਸੀਂ ਅਲਕਲੀ ਮੈਟਲਸ ਕਹਿੰਦੇ ਆ, ਆਹ ਦੂਜਾ ਗਰੁੱਪ ਹੈ ਜਿਹਨੂੰ ਅਸੀਂ ਅਲਕਲਾਈਨ ਅਰਥ ਮੈਟਲਸ ਕਹਿੰਦੇ ਆ, ਇਸੇ ਤਰ੍ਹਾਂ ਹੀ ਤੀਜਾ, ਚੌਥਾ, ਪੰਜਵਾਂ, ਛੇਵਾਂ। ਠੀਕ ਹੈ, ਟੋਟਲ 18 ਗਰੁੱਪ ਨੇ। ਠੀਕ ਹੈ ਨਾ, ਆਹ 18ਵਾਂ ਗਰੁੱਪ ਹੁੰਦਾ ਲਾਸਟ ਤੇ। ਸੋ ਇਹ 18 ਗਰੁੱਪ ਨੇ। ਜਿਹੜੀ ਐਕਟੀਵਿਟੀ ਆਪਾਂ ਹੁਣ ਸੋਲਵ ਕਰਨ ਜਾ ਰਹੇ ਹਾਂ ਉਹਦੇ ਵਿੱਚ ਕਿਹਾ ਗਿਆ ਕਿ ਪਹਿਲੇ ਗਰੁੱਪ ਦੇ ਪਹਿਲੇ 3 ਜਿਹੜੇ ਤੱਤ ਨੇ ਉਹਨਾਂ ਦੇ ਨਾਮ ਲਿਖੋ, ਉਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੋ। ਸੋ ਆਪਾਂ ਇੱਦਾਂ ਕਰਦੇ ਹਾਂ ਵੀ ਆਹ ਹਾਈਡਰੋਜਨ, ਲਿਥੀਅਮ ਤੇ ਸੋਡੀਅਮ ਆਹ ਪਹਿਲੇ ਗਰੁੱਪ ਦੇ ਪਹਿਲੇ 3 ਐਲੀਮੈਂਟ ਨੇ, ਇਹਨਾਂ ਦੇ ਨਾਮ ਨੋਟ ਕਰਦੇ ਹਾਂ ਤੇ ਫਿਰ ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਵੇਖਦੇ ਹਾਂ। ਸੋ ਆਪਾਂ ਲੈ ਰਹੇ ਹਾਂ ਗਰੁੱਪ 1 ਤੇ ਪਹਿਲਾ ਐਲੀਮੈਂਟ ਹੈ ਹਾਈਡਰੋਜਨ, ਫਿਰ ਹੈ ਲਿਥੀਅਮ, ਫਿਰ ਹੈ ਸੋਡੀਅਮ। ਹਾਈਡਰੋਜਨ ਦਾ ਐਟੋਮਿਕ ਨੰਬਰ ਹੈ 1, ਲਿਥੀਅਮ ਦਾ ਐਟੋਮਿਕ ਨੰਬਰ ਹੈ 3 ਤੇ ਸੋਡੀਅਮ ਦਾ ਐਟੋਮਿਕ ਨੰਬਰ ਹੈ 11। ਹੁਣ ਅਸੀਂ ਇਹਨਾਂ ਐਲੀਮੈਂਟਸ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜੀ ਆ ਉਹ ਲਿਖਣੀ ਹੈ। ਸੋ ਹਾਈਡਰੋਜਨ ਕੋਲ ਤਾਂ 1 ਹੀ ਇਲੈਕਟ੍ਰੋਨ ਹੈ, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 1 ਹੀ ਹੈ। ਲਿਥੀਅਮ ਦੇ ਕੋਲ ਕਿੰਨੇ ਇਲੈਕਟ੍ਰੋਨਸ ਨੇ? ਲਿਥੀਅਮ ਕੋਲ 3 ਇਲੈਕਟ੍ਰੋਨਸ ਨੇ, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਏਗੀ? 2 ਤੇ 1। ਇਸੇ ਤਰ੍ਹਾਂ ਹੀ ਜਿਹੜਾ ਸੋਡੀਅਮ ਹੈ ਇਹਦੇ ਕੋਲ ਕਿੰਨੇ ਇਲੈਕਟ੍ਰੋਨਸ ਨੇ? 11, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਏਗੀ?
2 8 1 ਹੁਣ ਆ ਕਿੱਦਾਂ ਪਤਾ ਲੱਗਦਾ ਪਿਆ ਵੀ ਇੱਥੇ 2 ਹੀ ਇਲੈਕਟ੍ਰੋਨਸ ਪਾਣੇ ਨੇ ਜਾਂ ਇੱਥੇ 8 ਹੀ ਪਾਣੇ ਆ। ਅਗਰ ਤੁਹਾਨੂੰ ਯਾਦ ਹੋਵੇ ਅਸੀਂ ਇੱਕ 2n² ਵਾਲਾ ਫਾਰਮੂਲਾ ਕੀਤਾ ਸੀਗਾ, ਯਾਦ ਹੈ? ਇਹਦੇ ਵਿੱਚ ਜਿਹੜਾ ਆ n ਹੁੰਦਾ ਇਹ ਦੱਸਦਾ ਹੈ ਕਿ ਸ਼ੈੱਲ ਕਿਹੜਾ ਹੈ, ਯਾਨੀ ਕਿ ਕਿਸ ਸ਼ੈੱਲ ਵਿੱਚ ਇਲੈਕਟ੍ਰੋਨਸ ਫਿਲ ਹੋ ਰਹੇ ਨੇ, K L ਜਾਂ M। ਠੀਕ ਹੈ ਜੀ, ਜੇ n = 1 ਹੋਵੇ ਤਾਂ ਆਪਾਂ K ਸ਼ੈੱਲ ਮੰਨਦੇ ਹਾਂ, L ਲਈ n ਦੀ ਵੈਲਿਊ 2 ਤੇ M ਲਈ 3 ਹੁੰਦੀ ਹੈ। ਸੋ ਜੇ ਅਸੀਂ 2n² ਵਿੱਚ n = 1 ਫਿਲ ਕਰੀਏ, ਯਾਨੀ ਕਿ 1² ਤੇ ਇਹ ਕਿਹਦੇ ਬਰਾਬਰ ਆਊਗਾ 2। ਇਟ ਮੀਨਸ K ਸ਼ੈੱਲ ਵਿੱਚ 2 ਇਲੈਕਟ੍ਰੋਨਸ ਹੀ ਆ ਸਕਦੇ ਨੇ। ਠੀਕ ਹੈ, ਸੋ 2 ਤੋਂ ਜ਼ਿਆਦਾ ਇਲੈਕਟ੍ਰੋਨਸ ਜਿਹੜੇ ਨੇ ਉਹ K ਸ਼ੈੱਲ ਵਿੱਚ ਨਹੀਂ ਆ ਸਕਦੇ। ਇਸੇ ਕਰਕੇ ਦੇਖੋ ਆ ਜਿਹੜਾ ਹੈਗਾ ਲਿਥੀਅਮ, ਇਹਦੇ 3 ਇਲੈਕਟ੍ਰੋਨਸ ਵਿੱਚੋਂ ਪਹਿਲੇ 2 ਜਿਹੜੇ ਨੇ ਉਹ K ਸ਼ੈੱਲ 'ਚ ਚਲੇ ਗਏ, ਲੇਕਿਨ ਕਿਉਂਕਿ ਇੱਥੇ ਹੁਣ 2 ਤੋਂ ਜ਼ਿਆਦਾ ਇਲੈਕਟ੍ਰੋਨਸ ਆ ਨਹੀਂ ਸਕਦੇ, ਇਸ ਲਈ ਤੀਜਾ ਇਲੈਕਟ੍ਰੋਨ ਫਿਰ ਹੁਣ ਅਗਲੇ ਸ਼ੈੱਲ 'ਚ ਗਿਆ। ਹੁਣ ਅਗਲੇ ਸ਼ੈੱਲ 'ਚ ਮੈਕਸਿਮਮ ਕਿੰਨੇ ਇਲੈਕਟ੍ਰੋਨਸ ਆ ਸਕਦੇ ਆ, ਹੁਣ ਉਹ ਦੇਖਦੇ ਆ ਆਪਾਂ ਵੀ L ਸ਼ੈੱਲ ਜਿਹੜਾ ਹੈਗਾ ਉਹਦੇ 'ਚ ਕਿੰਨੇ ਇਲੈਕਟ੍ਰੋਨਸ ਸਮਾ ਸਕਦੇ ਨੇ ਮੈਕਸਿਮਮ। ਆਪਾਂ ਇਹਦੇ ਵਿੱਚ ਹੁਣ 2n² ਜਿਹੜਾ ਹੈਗਾ n ਦੀ ਵੈਲਿਊ 2 ਪੁੱਟ ਕਰਦੇ ਆ। ਠੀਕ ਹੈ, 2 ਦਾ ਸਕੁਅਰ ਇਹ ਕਿਹਦੇ ਬਰਾਬਰ ਆ ਜਾਊਗਾ 8, ਯਾਨੀ ਕਿ ਜਿਹੜਾ L ਸ਼ੈੱਲ ਆ ਉਹਦੇ ਵਿੱਚ 8 ਤੋਂ ਵੱਧ ਇਲੈਕਟ੍ਰੋਨਸ ਨਹੀਂ ਆ ਸਕਦੇ। ਇਸੇ ਕਰਕੇ ਜਿਹੜਾ ਸੋਡੀਅਮ ਹੈ ਦੇਖੋ ਉਹਦੇ ਵਿੱਚ ਆ 8 ਇਲੈਕਟ੍ਰੋਨਸ ਜਿਹੜੇ ਨੇ L ਸ਼ੈੱਲ 'ਚ ਆ ਗਏ, ਲੇਕਿਨ ਉਸ ਤੋਂ ਬਾਅਦ ਜਿਹੜਾ ਅਗਲਾ ਇਲੈਕਟ੍ਰੋਨ ਹੈ ਉਹ L ਸ਼ੈੱਲ 'ਚ ਨਹੀਂ ਆ ਸਕਿਆ, ਕਿਉਂਕਿ L ਸ਼ੈੱਲ 'ਚ 8 ਤੋਂ ਜ਼ਿਆਦਾ ਇਲੈਕਟ੍ਰੋਨਸ ਆ ਹੀ ਨਹੀਂ ਸਕਦੇ ਅਕੋਰਡਿੰਗ ਟੂ ਦਿਸ 2n² ਫਾਰਮੂਲਾ। ਇਸ ਕਰਕੇ ਆ ਇਲੈਕਟ੍ਰੋਨ ਅਗਲੇ ਸ਼ੈੱਲ ਦੇ ਵਿੱਚ ਚਲਾ ਗਿਆ। ਵੈਸੇ ਇਸ ਐਕਟੀਵਿਟੀ ਦੇ ਵਿੱਚ ਸਾਨੂੰ ਇਸ ਗਰੁੱਪ ਦੇ ਪਹਿਲੇ 3 ਐਲੀਮੈਂਟ ਲੈਣ ਨੂੰ ਕਿਹਾ ਸੀਗਾ। ਅਸੀਂ ਇਦਾਂ ਕਰਦੇ ਹਾਂ, ਇੱਕ ਹੋਰ ਵੀ ਐਲੀਮੈਂਟ ਲੈ ਕੇ ਵੇਖਦੇ ਹਾਂ, ਜਿੱਦਾਂ ਕਿ ਇਸੇ ਗਰੁੱਪ ਵਿੱਚ ਸੋਡੀਅਮ ਤੋਂ ਬਾਅਦ ਅਗਲਾ ਐਲੀਮੈਂਟ ਆਉਂਦਾ ਪੋਟਾਸ਼ੀਅਮ, ਜਿਹਦਾ ਐਟੋਮਿਕ ਨੰਬਰ ਹੈ 19। ਸੋ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੁੰਦੀ ਹੈ? ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੁੰਦੀ ਹੈ 2 8 8 1। ਸੋ ਇੱਕ ਚੀਜ਼ ਜਿਹੜੀ ਇੱਥੇ ਧਿਆਨ ਨਾਲ ਵੇਖਣ ਵਾਲੀ ਆ ਉਹ ਇਹ ਆ ਵੀ ਜਿਹੜੇ ਇੱਕ ਗਰੁੱਪ ਦੇ ਐਲੀਮੈਂਟਸ ਨੇ ਉਹਨਾਂ ਦੇ ਅਗਰ ਅਸੀਂ ਵੇਲੈਂਸ ਸ਼ੈਲਸ ਦੇਖੀਏ, ਯਾਨੀ ਕਿ ਸਭ ਤੋਂ ਬਾਹਰ ਵਾਲੇ ਜਿਹੜੇ ਸ਼ੈਲਸ ਨੇ ਤਾਂ ਉਹਨਾਂ 'ਚ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਆ ਰਹੇ ਨੇ? ਸਾਰਿਆਂ 'ਚ ਦੇਖੋ ਸੇਮ ਨੰਬਰ ਆਫ ਇਲੈਕਟ੍ਰੋਨਸ ਆ ਰਹੇ ਨੇ। ਜਿੱਦਾਂ ਕਿ ਹਾਈਡਰੋਜਨ ਦੇ ਵੇਲੈਂਸ ਸ਼ੈਲ 'ਚ 1 ਇਲੈਕਟ੍ਰੋਨ ਹੈ, ਲਿਥੀਅਮ ਦੇ ਵੇਲੈਂਸ ਸ਼ੈਲ 'ਚ ਵੀ 1 ਇਲੈਕਟ੍ਰੋਨ ਹੈ, ਸੋਡੀਅਮ ਦੇ ਵੇਲੈਂਸ ਸ਼ੈਲ 'ਚ ਵੀ 1 ਇਲੈਕਟ੍ਰੋਨ ਹੈ, ਪੋਟਾਸ਼ੀਅਮ ਦੇ ਵੇਲੈਂਸ ਸ਼ੈਲ 'ਚ ਵੀ 1 ਇਲੈਕਟ੍ਰੋਨ ਹੈ। ਤੇ ਇੱਥੋਂ ਇਹ ਪਤਾ ਲੱਗਦਾ ਸਾਨੂੰ ਵੀ ਜਿਹੜਾ ਵੀ ਕੋਈ ਗਰੁੱਪ ਹੁੰਦਾ ਹੈ, ਜਦੋਂ ਉਹਦੇ 'ਚ ਆਪਾਂ ਟੌਪ ਟੂ ਬਾਟਮ ਜਾਂਦੇ ਹਾਂ, ਯਾਨੀ ਕਿ ਉੱਤੋਂ ਥੱਲੇ ਵੱਲ ਨੂੰ ਇੱਕ ਗਰੁੱਪ ਦੇ ਵਿੱਚ ਮੂਵ ਕਰਦੇ ਹਾਂ, ਤਾਂ ਜਿੰਨੇ ਵੀ ਐਲੀਮੈਂਟਸ ਹੋਣਗੇ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਵੇਲੈਂਸ ਇਲੈਕਟ੍ਰੋਨਸ ਨੇ ਉਹਨਾਂ ਦਾ ਨੰਬਰ ਸੇਮ ਹੁੰਦਾ ਹੈ। ਔਰ ਇਸੇ ਕਰਕੇ ਹੀ ਇੱਕ ਗਰੁੱਪ ਵਿੱਚ ਜਿਹੜੇ ਐਲੀਮੈਂਟਸ ਹੁੰਦੇ ਨੇ ਉਹਨਾਂ ਦੀਆਂ ਪ੍ਰੋਪਰਟੀਜ਼ ਵੀ ਇੱਕੋ ਜਿਹੀਆਂ ਹੀ ਹੁੰਦੀਆਂ ਨੇ, ਕਿਉਂਕਿ ਨੰਬਰ ਆਫ ਵੇਲੈਂਸ ਇਲੈਕਟ੍ਰੋਨਸ ਜਿਹੜੇ ਨੇ ਇਹ ਬਹੁਤ ਜ਼ਿਆਦਾ ਅਫੈਕਟ ਕਰਦੇ ਨੇ ਕਿ ਇਹ ਜਿਹੜੇ ਐਲੀਮੈਂਟਸ ਨੇ ਇਹ ਕਿੱਦਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਐਗਜ਼ਿਬਿਟ ਕਰਨਗੇ। ਸੋ ਦੁਬਾਰਾ ਅਸੀਂ ਪੀਰੀਓਡਿਕ ਟੇਬਲ ਵੱਲ ਇੱਕ ਝਾਤੀ ਮਾਰਦੇ ਹਾਂ ਤੇ ਦੇਖਦੇ ਹਾਂ ਵੀ ਗਰੁੱਪ 1 ਤੋਂ ਇਲਾਵਾ ਹੋਰ ਵੀ ਜਿਹੜੇ ਗਰੁੱਪਸ ਨੇ ਉਹਨਾਂ 'ਚ ਕੀ ਹੋ ਰਿਹਾ। ਆ ਦੇਖੋ ਆ ਪੀਰੀਓਡਿਕ ਟੇਬਲ ਆ। ਹੁਣ ਇਹਦੇ 'ਚ ਆਪਾਂ ਕੀ ਡਿਸਕਸ ਕੀਤਾ ਹੁਣੇ ਕਿ ਜਿਹੜਾ ਗਰੁੱਪ 1 ਆ ਉਹਦੇ ਜਿੰਨੇ ਵੀ ਐਲੀਮੈਂਟਸ ਨੇ ਫਰੋਮ ਟੌਪ ਟੂ ਬਾਟਮ ਸਾਰਿਆਂ ਦੇ ਵੇਲੈਂਸ ਸ਼ੈਲ ਦੇ ਵਿੱਚ ਇੱਕ ਇੱਕ ਇਲੈਕਟ੍ਰੋਨਸ ਨੇ। ਔਰ ਇਹ ਜਿਹੜਾ ਪਹਿਲਾ ਗਰੁੱਪ ਹੁੰਦਾ ਇਹਨੂੰ ਅਸੀਂ ਅਲਕਲੀ ਮੈਟਲਸ ਦਾ ਗਰੁੱਪ ਕਹਿੰਦੇ ਆ। ਆ ਹੈਗਾ ਗਰੁੱਪ 2। ਠੀਕ ਆ, ਹੁਣ ਇਹਦੇ ਵਿੱਚ ਕੀ ਆ ਵੀ ਇਹਦੇ ਜਿੰਨੇ ਵੀ ਐਲੀਮੈਂਟਸ ਨੇ, ਚਾਹੇ ਬ੍ਰਿਲੀਅਮ, ਮੈਗਨੀਸ਼ੀਅਮ ਹੈ, ਕੈਲਸ਼ੀਅਮ ਹੈ, ਜਿਹੜੇ ਵੀ ਐਲੀਮੈਂਟਸ ਨੇ ਇਹਨਾਂ ਸਾਰਿਆਂ ਦੇ ਵੇਲੈਂਸ ਸ਼ੈਲ ਵਿੱਚ 2-2 ਇਲੈਕਟ੍ਰੋਨਸ ਹੁੰਦੇ ਨੇ। ਸੋ ਇੱਕ ਗਰੁੱਪ ਦੇ ਵਿੱਚ ਨੰਬਰ ਆਫ electrons in the valence shell remains the same। ਚਲੋ ਹੁਣ ਅੱਗੇ ਚੱਲਦੇ ਹਾਂ, ਅਗਲੀ ਐਕਟੀਵਿਟੀ ਕਰਦੇ ਹਾਂ। ਨੈਕਸਟ ਐਕਟੀਵਿਟੀ 'ਚ ਕਿਹਾ ਗਿਆ ਸਾਨੂੰ ਕਿ ਜੇਕਰ ਤੁਸੀਂ ਆਵਰਤੀ ਸਾਰਨੀ ਦੇ ਲੰਬੇ ਰੂਪ ਨੂੰ ਵੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਲਿਥੀਅਮ, ਬ੍ਰਿਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਤੇ ਨਿਓਨ ਦੂਜੇ ਆਵਰਤ ਜਾਂ ਪੀਰੀਅਡ ਦੇ ਤੱਤ ਹਨ। ਇਹਨਾਂ ਦੀ ਇਲੈਕਟ੍ਰੋਨਿਕ ਤਰਤੀਬ ਲਿਖੋ ਤੇ ਇਹਨਾਂ ਦੇ ਵਿੱਚ ਕਿੰਨੇ ਸੰਯੋਜਕ ਇਲੈਕਟ੍ਰੋਨ ਨੇ ਇਹ ਦੇਖੋ, ਯਾਨੀ ਕਿ ਵੇਲੈਂਸ ਇਲੈਕਟ੍ਰੋਨਸ ਕਿੰਨੇ ਨੇ ਤੇ ਦੇਖੋ ਭਲਾ ਵੀ ਸ਼ੈਲਾਂ ਦੀ ਸੰਖਿਆ ਜਿਹੜੀ ਹੈ ਸਮਾਨ ਹੈ ਕਿ ਨਹੀਂ ਹੈ। ਚਲੋ ਦੁਬਾਰਾ ਪੀਰੀਓਡਿਕ ਟੇਬਲ ਤੇ ਝਾਤੀ ਮਾਰਦੇ ਆ ਜ਼ਰਾ। ਇਸ ਪੀਰੀਓਡਿਕ ਟੇਬਲ ਦੇ ਅਕੋਰਡਿੰਗਲੀ ਜਿਹੜੇ ਐਲੀਮੈਂਟਸ ਸਾਨੂੰ ਇਸ ਐਕਟੀਵਿਟੀ ਵਿੱਚ ਕਹੇ ਗਏ ਨੇ ਸਟੱਡੀ ਕਰਨ ਨੂੰ, ਲਿਥੀਅਮ, ਬੈਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਤੇ ਨਿਓਨ। ਠੀਕ ਹੈ ਜੀ, ਆ ਹੋ ਗਿਆ ਸੈਕਿੰਡ ਪੀਰੀਅਡ। ਤੇ ਇਹਨਾਂ ਦੇ ਐਟੋਮਿਕ ਨੰਬਰ ਕੀ ਹੁੰਦੇ ਨੇ? ਲਿਥੀਅਮ ਦਾ ਐਟੋਮਿਕ ਨੰਬਰ ਹੁੰਦਾ 3 ਤੇ ਬ੍ਰਿਲੀਅਮ ਦਾ 4, ਬੋਰੋਨ 5, ਕਾਰਬਨ 6, ਨਾਈਟ੍ਰੋਜਨ 7, ਆਕਸੀਜਨ 8, ਫਲੋਰੀਨ 9 ਤੇ ਨਿਓਨ 10। ਸੋ ਆਪਾਂ ਹੁਣ ਆ ਜਿਹੜੇ ਹੈਗੇ ਨੇ ਸੈਕਿੰਡ ਪੀਰੀਅਡ ਦੇ ਐਲੀਮੈਂਟਸ ਇਹਨਾਂ ਨੂੰ ਨੋਟ ਕਰਦੇ ਆ ਤੇ ਫਿਰ ਅੱਗੋਂ ਐਕਟੀਵਿਟੀ ਜਿਹੜੀ ਆ ਉਹ ਪਰਫਾਰਮ ਕਰਕੇ ਵੇਖਦੇ ਆ।
ਸੋ ਦੇਖੋ ਹੁਣ ਕਿ ਆ ਪਹਿਲਾ ਐਲੀਮੈਂਟ ਆ ਗਿਆ ਜੀ ਲਿਥੀਅਮ, ਫਿਰ ਆ ਗਿਆ ਆਪਣੇ ਕੋਲ ਬੈਰੀਲੀਅਮ, ਫਿਰ ਆਪਣੇ ਕੋਲ ਆ ਗਿਆ ਬੋਰੋਨ, ਫਿਰ ਆਪਣੇ ਕੋਲ ਆ ਗਿਆ ਕਾਰਬਨ, ਫਿਰ ਨਾਈਟ੍ਰੋਜਨ, ਫਿਰ ਆਕਸੀਜਨ, ਫਿਰ ਫਲੋਰੀਨ ਤੇ ਫਿਰ ਨੀਓਨ। ਲਿਥੀਅਮ ਦਾ ਐਟੋਮਿਕ ਨੰਬਰ ਹੈ 3, ਬੈਰੀਲੀਅਮ ਦਾ 4, ਬੋਰੋਨ ਦਾ 5, ਕਾਰਬਨ ਦਾ 6, ਨਾਈਟ੍ਰੋਜਨ ਦਾ 7, ਆਕਸੀਜਨ 8, ਫਲੋਰੀਨ ਦਾ 9 ਤੇ ਨੀਓਨ ਦਾ 10। ਹੁਣ ਅਸੀਂ ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖਦੇ ਹਾਂ। ਲਿਥੀਅਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੁੰਦੀ ਹੈ 2 1। ਠੀਕ ਹੈ, ਆ ਜਿਹੜੇ ਪਹਿਲੇ 2 ਇਲੈਕਟ੍ਰੋਨ ਨੇ ਲਿਥੀਅਮ ਦੇ ਇਹ ਕਿਹੜੇ ਸ਼ੈੱਲ 'ਚ ਆ ਰਹੇ ਨੇ, ਇਹ ਕੇ ਸ਼ੈੱਲ 'ਚ ਆ ਰਹੇ ਨੇ ਤੇ ਅਗਲਾ ਇਲੈਕਟ੍ਰੋਨ ਕਿਹੜੇ ਸ਼ੈੱਲ 'ਚ ਆ ਰਿਹਾ, ਐਲ ਸ਼ੈੱਲ 'ਚ ਆ ਰਿਹਾ, ਯਾਨੀ ਕਿ ਇਹਦਾ ਆਊਟਰ ਮੋਸਟ ਇਲੈਕਟ੍ਰੋਨ ਜਾਂ ਵੇਲੈਂਸ ਇਲੈਕਟ੍ਰੋਨ ਕਿੱਥੇ ਆਂਦਾ ਪਿਆ, ਐਲ ਸ਼ੈੱਲ 'ਚ ਆ ਰਿਹਾ। ਸੋ ਪਹਿਲੇ ਜਿਹੜੇ 2 ਇਲੈਕਟ੍ਰੋਨਸ ਨੇ ਉਹ ਕੇ ਸ਼ੈੱਲ 'ਚ ਨੇ ਤੇ ਉਸ ਤੋਂ ਬਾਅਦ ਜਿਹੜਾ ਵੇਲੈਂਸ ਇਲੈਕਟ੍ਰੋਨ ਹੈ ਐਲ ਸ਼ੈੱਲ 'ਚ ਹੈ। ਸੋ ਵੇਲੈਂਸ ਇਲੈਕਟ੍ਰੋਨ ਜਿਹੜੇ ਨੇ ਉਹ ਐਲ ਸ਼ੈੱਲ ਵਿੱਚ ਆਏ ਨੇ ਲਿਥੀਅਮ 'ਚ। ਹੁਣ ਬੈਰੀਲੀਅਮ 'ਚ ਦੇਖਦੇ ਹਾਂ। ਬੈਰੀਲੀਅਮ ਦਾ ਐਟੋਮਿਕ ਨੰਬਰ ਹੈਗਾ 4, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈਗੀ ਹੈ 2 2। ਠੀਕ ਹੈ ਜੀ, ਹੁਣ ਇਹਦੇ 'ਚ ਵੀ ਕੀ ਆ ਕਿ ਪਹਿਲੇ 2 ਇਲੈਕਟ੍ਰੋਨ ਕੇ ਸ਼ੈੱਲ 'ਚ ਨੇ ਤੇ ਅਗਲੇ 2 ਨੇ ਐਲ ਸ਼ੈੱਲ 'ਚ, ਯਾਨੀ ਕਿ ਇਹ ਵੀ ਵੇਲੈਂਸ ਸ਼ੈੱਲ ਐਲ ਸ਼ੈੱਲ 'ਚ ਹੀ ਆ ਰਹੇ ਨੇ। ਤੇ ਇਸੇ ਤਰ੍ਹਾਂ ਹੀ ਬੋਰੋਨ ਜਿਹੜਾ ਹੈ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ 2 3, ਕਾਰਬਨ ਦੀ ਹੈ 2 4, ਨਾਈਟ੍ਰੋਜਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 2 5, ਆਕਸੀਜਨ ਦੀ 2 6, ਫਲੋਰੀਨ ਦੀ 2 7 ਤੇ ਨੀਓਨ ਦੀ 2 8। ਔਰ ਆ ਜਿਹੜੇ ਵੀ ਆਊਟਰ ਮੋਸਟ ਇਲੈਕਟ੍ਰੋਨਸ ਨੇ ਇਹ ਸਾਰੇ ਇਹਨਾਂ ਐਲੀਮੈਂਟਸ ਦੇ ਕਿਹੜੇ ਸ਼ੈੱਲ 'ਚ ਆ ਰਹੇ ਨੇ, ਐਲ ਸ਼ੈੱਲ 'ਚ ਹੀ ਆ ਰਹੇ ਨੇ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਇੱਕ ਪੀਰੀਅਡ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਹੁੰਦੇ ਨੇ ਉਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜੀ ਆ ਉਹ ਸੇਮ ਸ਼ੈੱਲਸ ਦੇ ਵਿੱਚ ਕੰਟੀਨਿਊਡ ਹੁੰਦੀ ਹੈ। ਸੋ ਜਿੱਦਾਂ ਜੇ ਲਿਥੀਅਮ ਦੇ ਵੇਲੈਂਸ ਇਲੈਕਟ੍ਰੋਨਸ ਐਲ ਸ਼ੈੱਲ 'ਚ ਆ ਰਹੇ ਨੇ ਤਾਂ ਇਸ ਪੀਰੀਅਡ 'ਚ ਜਿੰਨੇ ਵੀ ਐਲੀਮੈਂਟ ਨੇ ਉਹਨਾਂ ਸਾਰਿਆਂ ਦੇ ਵੇਲੈਂਸ ਇਲੈਕਟ੍ਰੋਨਸ ਜਿਹੜੇ ਨੇ ਐਲ ਸ਼ੈੱਲ 'ਚ ਹੀ ਆ ਰਹੇ ਨੇ। ਬੇਸ਼ੱਕ ਜਿਹੜੇ ਨੰਬਰ ਆਫ ਵੇਲੈਂਸ ਇਲੈਕਟ੍ਰੋਨਸ ਨੇ ਉਹ ਵੱਧਦੇ ਪਏ ਨੇ। ਜਿੱਦਾਂ ਲਿਥੀਅਮ ਦੇ ਵਿੱਚ ਨੰਬਰ ਆਫ ਵੇਲੈਂਸ ਇਲੈਕਟ੍ਰੋਨਸ ਕਿੰਨੇ ਨੇ, 1 ਹੀ ਆ। ਬੈਰੀਲੀਅਮ 'ਚ 2, ਬੋਰੋਨ 'ਚ 3, ਕਾਰਬਨ 'ਚ 4, ਨਾਈਟ੍ਰੋਜਨ 'ਚ 5, ਆਕਸੀਜਨ 'ਚ 6, ਫਲੋਰੀਨ 'ਚ 7 ਤੇ ਨੀਓਨ 'ਚ 8। ਇਹਦਾ ਮਤਲਬ ਇਹ ਆ ਵੀ ਨੰਬਰ ਆਫ ਵੇਲੈਂਸ ਇਲੈਕਟ੍ਰੋਨਸ ਭਾਵੇਂ ਵਧੀ ਜਾ ਰਹੇ ਨੇ ਲੇਕਿਨ ਨੰਬਰ ਆਫ ਸ਼ੈੱਲਸ ਨਹੀਂ ਵੱਧਦੇ ਪਏ ਪੀਰੀਅਡ ਦੇ ਵਿੱਚ। ਜੇ ਆਪਾਂ ਦੇਖੀਏ ਹੁਣ ਇਹਨਾਂ ਦੀ ਜਰਾ ਕੁ ਅਟੋਮਿਕ ਸਟਰਕਚਰ ਤੇ ਦੇਖੋ ਆ ਹੁੰਦਾ ਨਿਊਕਲੀਅਸ, ਠੀਕ ਹੈ ਨਾ। ਨਿਊਕਲੀਅਸ ਦੇ ਇਰਦ ਗਿਰਦ ਇਲੈਕਟ੍ਰੋਨਸ ਜਿਹੜੇ ਨੇ ਸ਼ੈੱਲਸ ਦੇ ਵਿੱਚ ਹੁੰਦੇ ਨੇ। ਸੋ ਲਿਥੀਅਮ ਦੇ ਕੇਸ 'ਚ ਕੀ ਹੈ ਕਿ ਪਹਿਲੇ ਸ਼ੈੱਲ ਵਿੱਚ 2 ਇਲੈਕਟ੍ਰੋਨਸ ਜਿਹੜੇ ਨੇ ਉਹ ਆ ਰਹੇ ਨੇ। ਠੀਕ ਹੈ, ਇਹ ਕਿਹੜਾ ਸ਼ੈੱਲ ਹੈ, ਇਹ ਕੇ ਸ਼ੈੱਲ ਹੈ ਤੇ ਅਗਲਾ ਸ਼ੈੱਲ ਕਿਹੜਾ ਹੈਗਾ ਐਲ ਸ਼ੈੱਲ, ਇਹਦੇ ਵਿੱਚ 1 ਇਲੈਕਟ੍ਰੋਨ ਆ ਰਿਹਾ। ਇਹ ਹੋ ਗਿਆ ਲਿਥੀਅਮ ਦਾ ਸਟਰਕਚਰ। ਬੈਰੀਲੀਅਮ ਦੀ ਗੱਲ ਕਰਦੇ ਹਾਂ। ਆ ਬੈਰੀਲੀਅਮ ਦਾ ਹੋ ਗਿਆ ਜੀ ਨਿਊਕਲੀਅਸ। ਨਿਊਕਲੀਅਸ 'ਚ ਕੀ ਹੁੰਦੇ ਨੇ, ਨਿਊਟਰੋਨ ਤੇ ਪ੍ਰੋਟੋਨਸ ਹੁੰਦੇ ਨੇ। ਠੀਕ ਹੈ ਨਾ, ਇਹਦਾ ਜਿਹੜਾ ਕੇ ਸ਼ੈੱਲ ਹੈ ਇਹਦੇ 'ਚ ਵੀ ਕਿੰਨੇ ਇਲੈਕਟ੍ਰੋਨਸ ਨੇ, 2 ਹੀ ਨੇ। ਤੇ ਇਹਦਾ ਜਿਹੜਾ ਹੈਗਾ ਵਾ ਐਲ ਸ਼ੈੱਲ ਉਹਦੇ 'ਚ ਹੁਣ ਕਿੰਨੇ ਇਲੈਕਟ੍ਰੋਨ ਨੇ, ਉਹ ਵੀ 2 ਹੀ ਨੇ। ਠੀਕ ਹੈ, ਇਹ ਹੋ ਗਈ ਬੈਰੀਲੀਅਮ ਦੀ ਸਟਰਕਚਰ। ਅਗਲਾ ਬੋਰੋਨ ਲੈ ਲੈਂਦੇ ਆ। ਠੀਕ ਆ ਨਿਊਕਲੀਅਸ ਆ ਕੇ ਸ਼ੈੱਲ ਆ। ਕੇ ਸ਼ੈੱਲ 'ਚ ਤਾਂ 2 ਤੋਂ ਵੱਧ ਇਲੈਕਟ੍ਰੋਨਸ ਆ ਨਹੀਂ ਸਕਦੇ। ਅਗਲੇ ਜਿਹੜੇ 3 ਇਲੈਕਟ੍ਰੋਨਸ ਨੇ ਉਹ ਅਗਲੇ ਸ਼ੈੱਲ 'ਚ ਹੀ ਜਾਣਗੇ। ਸੋ ਅਗਲੇ ਸ਼ੈੱਲ ਦੇ ਵਿੱਚ ਅਸੀਂ ਬਣਾ ਦਿੰਦੇ ਹਾਂ 3 ਇਲੈਕਟ੍ਰੋਨਸ। ਇਹ ਹੋ ਗਿਆ ਬੋਰੋਨ। ਕਾਰਬਨ ਦੇ ਵਿੱਚ ਕੀ ਹੈ ਜੀ, ਆ ਨਿਊਕਲੀਅਸ ਆ ਪਹਿਲਾ ਕੇ ਸ਼ੈੱਲ ਆ, ਇਹਦੇ ਵਿੱਚ 2 ਇਲੈਕਟ੍ਰੋਨਸ ਤੋਂ ਵੱਧ ਨਹੀਂ ਆ ਸਕਦੇ। ਲੇਕਿਨ ਜਿਹੜਾ ਐਲ ਸ਼ੈੱਲ ਆ ਉਹਦੇ ਵਿੱਚ ਹੁਣ ਬਾਕੀ ਦੇ ਇਲੈਕਟ੍ਰੋਨਸ ਆਉਣਗੇ। ਕਿੰਨੇ ਆਉਣਗੇ, 4 ਵੇਲੈਂਸ ਇਲੈਕਟ੍ਰੋਨਸ ਨੇ, ਚਾਰੋਂ ਜਿਹੜੇ ਨੇ ਉਹ ਐਲ ਸ਼ੈੱਲ ਦੇ ਵਿੱਚ ਹੀ ਆ ਜਾਣਗੇ। ਨਾਈਟ੍ਰੋਜਨ ਦੇ ਕੇਸ 'ਚ ਵੀ ਕੀ ਹੋਏਗਾ ਕਿ ਪਹਿਲਾ ਜਿਹੜਾ ਕੇ ਸ਼ੈੱਲ ਹੈ ਉਹਦੇ 'ਚ ਤਾਂ 2 ਇਲੈਕਟ੍ਰੋਨਸ ਆਉਣੇ ਆ ਤੇ ਬਾਕੀ ਫਿਰ ਜਿਹੜਾ ਐਲ ਸ਼ੈੱਲ ਹੈ ਉਹਦੇ ਵਿੱਚ ਇਹਦੇ 5 ਇਲੈਕਟ੍ਰੋਨਸ ਜਿਹੜੇ ਨੇ ਉਹ ਆ ਜਾਣਗੇ। ਠੀਕ ਹੈ ਜੀ, ਆ ਹੋ ਗਏ 5। ਆਕਸੀਜਨ ਦੇ ਵਿੱਚ ਕੀ ਹੋਏਗਾ ਜੀ ਕਿ ਕੇ ਸ਼ੈੱਲ 'ਚ 2 ਇਲੈਕਟ੍ਰੋਨਸ, ਲੇਕਿਨ ਐਲ ਸ਼ੈੱਲ ਜਿਹੜਾ ਹੈਗਾ ਹੁਣ ਇਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਆਉਣਗੇ, 6 ਇਲੈਕਟ੍ਰੋਨਸ ਜਿਹੜੇ ਨੇ ਆ ਜਾਣਗੇ। ਇਹ ਹੋ ਗਏ ਜੀ 5 ਤੇ 6। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਫਲੋਰੀਨ, ਉਹਦੇ 'ਚ ਵੀ ਕੀ ਹੋਏਗਾ, ਕੇ ਸ਼ੈੱਲ ਵਿੱਚ 2 ਇਲੈਕਟ੍ਰੋਨਸ ਨੇ, ਜਦੋਂ ਕਿ ਜਿਹੜਾ ਹੈਗਾ ਐਲ ਸ਼ੈੱਲ, ਹੁਣ ਇਸ ਐਲ ਸ਼ੈੱਲ ਦੇ ਵਿੱਚ 7 ਇਲੈਕਟ੍ਰੋਨਸ ਆਉਣਗੇ। 2 3 4 5 6 ਤੇ 7 ਆ ਹੋ ਗਿਆ ਜੀ। ਅੱਗੋਂ ਲੈ ਲੈਂਦੇ ਆ ਨੀਓਨ। ਸੋ ਨੀਓਨ ਦੇ ਵਿੱਚ ਕੀ ਹੋਏਗਾ, ਉਹਦੇ 'ਚ ਵੀ ਪਹਿਲੇ ਸ਼ੈੱਲ 'ਚ ਯਾਨੀ ਕਿ ਕੇ ਸ਼ੈੱਲ 'ਚ 2 ਇਲੈਕਟ੍ਰੋਨਸ, ਲੇਕਿਨ ਹੁਣ ਇਹਦਾ ਜਿਹੜਾ ਹੈਗਾ ਐਲ ਸ਼ੈੱਲ ਉਹਦੇ ਵਿੱਚ ਕਿੰਨੇ ਵੇਲੈਂਸ ਇਲੈਕਟ੍ਰੋਨਸ ਨੇ, 8 ਨੇ। ਯਾਨੀ ਕਿ ਇਹਦਾ ਤਾਂ ਆਕਟੈਟ ਕੰਪਲੀਟ ਆ। ਠੀਕ ਆ, ਇਸੇ ਕਰਕੇ ਹੀ ਇਹਨੂੰ ਕੋਈ ਇੰਟਰਸਟ ਨਹੀਂ ਹੁੰਦਾ ਕਿਸੇ ਨਾਲ ਵੀ ਰਿਐਕਟ ਕਰਨ ਲਈ, ਇਹ ਇਨਰਟ ਗੈਸ ਆ। ਠੀਕ ਹੈ, ਹੁਣ ਇਹ ਸਾਰੇ ਹੋ ਗਏ ਐਲੀਮੈਂਟਸ ਇਨ ਅ ਪੀਰੀਅਡ।
ਸਾਰਿਆਂ ਦੇ ਵਿੱਚ ਸੇਮ ਸ਼ੈੱਲ ਦੇ ਵਿੱਚ ਵੈਲੈਂਸ ਇਲੈਕਟ੍ਰੋਨਸ ਆ ਰਹੇ ਆ, ਕਿਤੇ ਵੀ ਕੋਈ ਨਵਾਂ ਸ਼ੈੱਲ ਨਹੀਂ ਐਡ ਆਨ ਹੋ ਰਿਹਾ। ਹਾਂ, ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਵੱਧਦੇ ਜਾ ਰਹੇ ਆ ਕਿਉਂਕਿ ਅਟੋਮਿਕ ਨੰਬਰ ਵੱਧਦਾ ਪਿਆ। ਹੁਣ ਧਿਆਨ ਨਾਲ ਵੇਖਣ ਵਾਲੀ ਇਹ ਵੀ ਗੱਲ ਹੈ ਵੀ ਜਦੋਂ ਅਟੋਮਿਕ ਨੰਬਰ ਵੱਧਦਾ, ਜਿੱਦਾਂ ਲਿਥੀਅਮ ਦਾ 3 ਹੈ, ਬਰੀਲੀਅਮ ਦਾ 4 ਹੈ, ਬੋਰੋਨ ਦਾ 5 ਹੈ ਨਾ, ਤੇ ਇਹਦੇ ਨਾਲ ਫਿਰ ਜਿਹੜੇ ਨੰਬਰ ਆਫ ਪ੍ਰੋਟੋਨਸ ਹੁੰਦੇ ਨੇ ਨਿਊਕਲੀਅਸ ਦੇ ਵਿੱਚ ਉਹ ਵੀ ਵੱਧਦੇ ਨੇ, ਹੈ ਨਾ। ਵਿਦ ਇਨਕਰੀਜ਼ ਇਨ ਅਟੋਮਿਕ ਨੰਬਰ ਸਿਰਫ ਇਲੈਕਟ੍ਰੋਨਸ ਹੀ ਨਹੀਂ ਵੱਧਦੇ ਬਲਕਿ ਨੰਬਰ ਆਫ ਪ੍ਰੋਟੋਨਸ ਵੀ ਵੱਧਦੇ ਨੇ, ਨਿਊਕਲੀਅਰ ਚਾਰਜ ਜਿਹੜਾ ਹੁੰਦਾ ਨਾ ਉਹ ਵੀ ਵੱਧਦਾ। ਦੇਖੋ, ਪ੍ਰੋਟੋਨਸ ਹੁੰਦੇ ਨੇ ਪੋਜ਼ਿਟਿਵਲੀ ਚਾਰਜਡ, ਇਲੈਕਟ੍ਰੋਨਸ ਹੁੰਦੇ ਨੇ ਨੈਗੇਟਿਵਲੀ ਚਾਰਜਡ। ਇਸ ਕਰਕੇ ਕੀ ਹੁੰਦਾ ਵੀ ਜਿਹੜਾ ਨਿਊਕਲੀਅਸ ਹੈ ਹਨਾ, ਉਹ ਇਲੈਕਟ੍ਰੋਨਸ ਨੂੰ ਆਪਣੇ ਵੱਲ ਪੁੱਲ ਕਰਦਾ, ਇਹਨੂੰ ਅਸੀਂ ਨਿਊਕਲੀਅਰ ਪੁੱਲ ਕਹਿੰਦੇ ਆ। ਸੋ ਜਿੱਦਾਂ ਜਿੱਦਾਂ ਦੇਖੋ ਅਟੋਮਿਕ ਨੰਬਰ ਵੱਧਦਾ ਪਿਆ, ਨਿਊਕਲੀਅਰ ਚਾਰਜ ਵੱਧਦਾ ਪਿਆ। ਲਿਥੀਅਮ ਨਾਲੋਂ ਨਿਊਕਲੀਅਰ ਚਾਰਜ ਬਰੀਲੀਅਮ ਦਾ ਜ਼ਿਆਦਾ ਵਾ, ਬਰੀਲੀਅਮ ਨਾਲੋਂ ਨਿਊਕਲੀਅਰ ਚਾਰਜ ਬੋਰੋਨ ਦਾ ਜ਼ਿਆਦਾ ਹੈ, ਤੇ ਇਹਦੇ ਨਾਲੋਂ ਕਾਰਬਨ ਦਾ ਹੈ। ਇਸ ਹਿਸਾਬ ਨਾਲ ਜਿਹੜਾ ਹੈਗਾ ਨਿਊਕਲੀਅਰ ਚਾਰਜ ਉਹ ਇੱਕ ਐਟਮ ਤੋਂ ਦੂਜੇ ਐਟਮ ਦੇ ਵਿੱਚ ਵੱਧਦਾ ਪਿਆ। ਲੇਕਿਨ ਸ਼ੈੱਲ ਤਾਂ ਕੋਈ ਨਹੀਂ ਨਾ ਵੱਧਦੇ ਪਏ। ਹੁਣ ਆਹ ਜਿਹੜੇ ਇਲੈਕਟ੍ਰੋਨਸ ਨੇ ਇਹ ਨੈਗੇਟਿਵਲੀ ਚਾਰਜਡ ਨੇ, ਇਹਨਾਂ ਨੂੰ ਜਿਹੜੇ ਨਿਊਕਲੀਅਸ ਨੇ ਉਹ ਆਪਣੇ ਵੱਲ ਨੂੰ ਖਿੱਚਣਗੇ। ਸੋ ਜਿੱਦਾਂ ਜਿੱਦਾਂ ਨਿਊਕਲੀਅਰ ਚਾਰਜ ਵਧੂਗਾ ਉੱਦਾਂ ਉੱਦਾਂ ਇਹ ਜਿਹੜੇ ਨਿਊਕਲੀਅਸ ਨੇ ਇਹਨਾਂ ਦੀ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਇਲੈਕਟ੍ਰੋਨਸ ਦੇ ਉੱਤੇ ਇਹ ਵੀ ਵਧੂਗੀ। ਯਾਨੀ ਕਿ ਨਿਊਕਲੀਅਰ ਚਾਰਜ ਵਧਣ ਦੇ ਨਾਲ ਇਹ ਜਿਹੜੇ ਇਲੈਕਟ੍ਰੋਨਸ ਨੇ ਇਹ ਜ਼ਿਆਦਾ ਟਾਈਟਲੀ ਹੋਲਡ ਹੋ ਜਾਣਗੇ ਟੁਵਰਡਸ ਦਾ ਨਿਊਕਲੀਅਸ, ਯਾਨੀ ਕਿ ਨਿਊਕਲੀਅਸ ਵੱਲ ਨੂੰ ਖਿੱਚੇ ਆਉਣਗੇ। ਉਹਦੇ ਨਾਲ ਕੀ ਹੋ ਜਾਏਗਾ ਵੀ ਜਿਹੜਾ ਅਟੋਮਿਕ ਸਾਈਜ਼ ਹੈ ਉਹ ਘਟਦਾ ਜਾਊਗਾ। ਕਿਉਂ? ਇਹ ਜਿਹੜੇ ਵੈਲੈਂਸ ਸ਼ੈੱਲ ਨੇ ਇਹ ਅੰਦਰ ਵੱਲ ਨੂੰ ਆਉਂਦੇ ਜਾਣਗੇ, ਨਿਊਕਲੀਅਸ ਵੱਲ ਨੂੰ ਆਉਂਦੇ ਜਾਣਗੇ। ਸੋ ਭਾਵੇਂ ਸਲਾਈਟਲੀ ਆਉਣਗੇ ਤੇ ਸਹੀ, ਉਹਦੇ ਨਾਲ ਕੀ ਹੋ ਜਾਏਗਾ ਵੀ ਇੱਕ ਪੀਰੀਅਡ ਦੇ ਵਿੱਚ ਅਟੋਮਿਕ ਸਾਈਜ਼ ਜਿਹੜਾ ਹੈਗਾ ਉਹ ਘਟੇਗਾ ਕਿਉਂਕਿ ਨੰਬਰ ਆਫ ਸ਼ੈਲਸ ਇਨਕਰੀਜ਼ ਹੋਣੇ ਨਹੀਂਗੇ, ਲੇਕਿਨ ਨਿਊਕਲੀਅਰ ਚਾਰਜ ਇਨਕਰੀਜ਼ ਹੋਣ ਕਰਕੇ ਵੈਲੈਂਸ ਇਲੈਕਟ੍ਰੋਨਸ ਦੇ ਉੱਤੇ ਨਿਊਕਲੀਅਰ ਪੁੱਲ ਇਨਕਰੀਜ਼ ਹੋ ਜਾਏਗਾ, ਜਿਹੜਾ ਕਿ ਇਲੈਕਟ੍ਰੋਨਸ ਨੂੰ ਨਿਊਕਲੀਅਸ ਵੱਲ ਨੂੰ ਯਾਨੀ ਕਿ ਅੰਦਰ ਵੱਲ ਨੂੰ ਖਿੱਚੂਗਾ। ਜਦੋਂ ਅੰਦਰ ਵੱਲ ਦੀ ਖਿੱਚ ਵਧੂਗੀ ਤੇ ਓਬਵੀਅਸਲੀ ਜਿਹੜਾ ਉਹਦਾ ਐਟਮ ਦਾ ਸਾਈਜ਼ ਹੈ ਜਾਂ ਜਿਹੜਾ ਪਰਮਾਣੂ ਦਾ ਸਾਈਜ਼ ਹੈ ਘਟੂਗਾ। ਸੋ ਇੱਥੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਕਿਸੇ ਵੀ ਪੀਰੀਅਡ ਦੇ ਵਿੱਚ ਪਹਿਲੀ ਗੱਲ ਤਾਂ ਨੰਬਰ ਆਫ ਸ਼ੈੱਲ ਸੇਮ ਰਹਿੰਦੇ ਆ, ਲੇਕਿਨ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਵੱਧਦੇ ਆ, ਔਰ ਉਹਦੇ ਨਾਲ ਕੀ ਹੁੰਦਾ ਵੀ ਅਟੋਮਿਕ ਸਾਈਜ਼ ਜਿਹੜਾ ਉਹ ਘਟਦਾ ਹੈ। ਸੋ ਆਈ ਹੋਪ ਕਿ ਤੁਹਾਨੂੰ ਕਲੀਅਰ ਹੋ ਗਿਆ। ਹੁਣ ਆਪਾਂ ਅੱਗੇ ਚੱਲਦੇ ਹਾਂ। ਹੁਣ ਨੈਕਸਟ ਐਕਟੀਵਿਟੀ ਹੈ ਕਿ ਕਿਸੇ ਤੱਤ ਦੀ ਇਲੈਕਟ੍ਰੋਨਿਕ ਤਰਤੀਬ ਤੋਂ ਤੁਸੀਂ ਉਸ ਦੀ ਸੰਯੋਜਕਤਾ ਦੀ ਗਣਨਾ ਕਿਵੇਂ ਕਰੋਗੇ, ਯਾਨੀ ਕਿ ਜਿਹੜੀ ਉਹਦੀ ਵੈਲੈਂਸੀ ਆ ਹਨਾ ਉਹ ਕਿੱਦਾਂ ਕੱਢਾਂਗੇ ਆਪਾਂ ਕਿਸੇ ਵੀ ਐਲੀਮੈਂਟ ਦੀ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਤੋਂ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਪਰਮਾਣੂ ਅੰਕ 12 ਵਾਲੇ ਮੈਗਨੀਸ਼ੀਅਮ ਤੇ ਪਰਮਾਣੂ ਅੰਕ 16 ਵਾਲੇ ਸਲਫਰ ਦੀ ਸੰਯੋਜਕਤਾ ਕੀ ਹੈ। ਚਲੋ ਇਹ ਬਾਅਦ ਚੋਂ ਕਰਦੇ, ਪਹਿਲਾ ਪਾਰਟ ਦੇਖਦੇ ਹਾਂ ਵੀ ਕਿਸੇ ਤੱਤ ਦੀ ਇਲੈਕਟ੍ਰੋਨਿਕ ਤਰਤੀਬ ਜਿਹੜੀ ਆ ਉਸ ਦੀ ਸੰਯੋਜਕਤਾ ਦੀ ਗਣਨਾ ਤੋਂ ਕਿਵੇਂ ਕੀਤੀ ਜਾਂਦੀ ਆ, ਯਾਨੀ ਕਿ ਕਿਸੇ ਵੀ ਐਲੀਮੈਂਟ ਦੀ ਜਿਹੜੀ ਵੈਲੈਂਸੀ ਆ ਉਹ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਤੋਂ ਅਸੀਂ ਕਿੱਦਾਂ ਕੈਲਕੂਲੇਟ ਕਰਦੇ ਹਾਂ। ਸੋ ਦੇਖੋ ਇੱਥੇ ਕੀ ਕਨਸੈਪਟ ਕੀ ਆਂਦਾ ਹੈਗਾ, ਦੇਖੋ ਦੋ ਚੀਜ਼ਾਂ ਨੇ, ਇੱਕ ਨੇ ਕਿ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਜਿਹੜੇ ਨੇ ਨਾ ਉਹ ਕਿੰਨੇ ਨੇ, ਦੂਜਾ ਕਨਸੈਪਟ ਇੱਥੇ ਕੀ ਹੈਗਾ ਵੈਲੈਂਸੀ ਦਾ ਕਨਸੈਪਟ ਹੈ। ਹੁਣ ਇਹਦੇ ਚ ਪਹਿਲਾਂ ਤੇ ਦੇਖੀਏ ਵੀ ਫਰਕ ਕੀ ਆ। ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਮਤਲਬ ਹੁੰਦਾ ਕਿ ਨੰਬਰ ਆਫ ਇਲੈਕਟ੍ਰੋਨਸ ਇਨ ਦਾ ਆਊਟਰ ਮੋਸਟ ਸ਼ੈੱਲ, ਠੀਕ ਹੈ, ਸਭ ਤੋਂ ਬਾਹਰ ਵਾਲੇ ਸ਼ੈੱਲ ਵਿੱਚ ਕਿੰਨੇ ਇਲੈਕਟ੍ਰੋਨਸ ਨੇ। ਜੇ ਤਾਂ ਜਿਹੜਾ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਨੇ ਇਹ ਅਪ ਟੂ 4 ਹੋਣ ਤਾਂ ਜਿੰਨੇ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਹੁੰਦੇ ਨੇ, ਠੀਕ ਹੈ, ਉਹੀ ਉਸ ਐਲੀਮੈਂਟ ਦੀ ਵੈਲੈਂਸੀ ਹੁੰਦੀ ਆ। ਲੇਕਿਨ ਜੇ ਜਿਹੜੇ ਵੈਲੈਂਸ ਇਲੈਕਟ੍ਰੋਨਸ ਨੇ ਉਹ ਮੋਰ ਦੈਨ 4 ਹੋਣ ਯਾਨੀ ਕਿ 4 ਤੋਂ ਜ਼ਿਆਦਾ ਹੋਣ, ਫਿਰ ਆਪਾਂ ਕੀ ਕਰਨਾ ਵੀ ਆਪਾਂ ਨੂੰ ਪਤਾ ਹੈ ਵੀ ਐਲੀਮੈਂਟਸ ਜਿਹੜੇ ਨੇ ਨਾ ਉਹ ਆਪਣਾ ਆਕਟੈਟ ਕੰਪਲੀਟ ਕਰਨਾ ਚਾਹੁੰਦੇ ਨੇ। ਸੋ ਆਕਟੈਟ ਦਾ ਮਤਲਬ ਹੁੰਦਾ 8 ਇਲੈਕਟ੍ਰੋਨਸ। ਫਿਰ ਆਪਾਂ ਇਹ ਦੇਖਣਾ ਵੀ ਕਿਸੇ ਵੀ ਐਲੀਮੈਂਟ ਦੇ ਆਕਟੈਟ ਨਾਲੋਂ ਕਿੰਨੇ ਵੈਲੈਂਸ ਇਲੈਕਟ੍ਰੋਨਸ ਘੱਟ ਆ। ਸੋ 8 ਮਾਈਨਸ ਵੈਲੈਂਸ ਇਲੈਕਟ੍ਰੋਨਸ ਆਪਾਂ ਕਰ ਦੇਣਾ ਕਿੰਨੇ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਆ, ਇਹ ਕੀ ਹੋ ਜੂਗੀ, ਇਹ ਵੈਲੈਂਸੀ ਹੋ ਜੂਗੀ। ਆਪਾਂ ਇੱਦਾਂ ਕਰਦੇ ਐਗਜ਼ਾਮਪਲ ਲੈ ਕੇ ਕਰਦੇ ਹਾਂ, ਫਿਰ ਥੋੜਾ ਜ਼ਿਆਦਾ ਕਲੀਅਰ ਹੋ ਜਾਊਗਾ। ਆਪਾਂ ਦੂਜਾ ਪੀਰੀਅਡ ਹੀ ਲੈ ਲੈਂਦੇ ਹਾਂ। ਲਿਥੀਅਮ ਹੈ ਆਪਣੇ ਕੋਲ, ਫਿਰ ਆਪਣੇ ਕੋਲ ਹੈਗਾ ਬਰੀਲੀਅਮ, ਫਿਰ ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਤੇ ਨੀਓਨ। ਹੁਣ ਆਪਾਂ ਇਹਨਾਂ 'ਚ ਦੇਖਦੇ, ਦੇਖੋ ਲਿਥੀਅਮ ਦਾ ਐਟੋਮਿਕ ਨੰਬਰ 3, ਬਰੀਲੀਅਮ ਦਾ 4, ਬੋਰੋਨ ਦਾ 5, ਕਾਰਬਨ ਦਾ 6, ਨਾਈਟ੍ਰੋਜਨ ਦਾ 7, ਆਕਸੀਜਨ ਦਾ 8, ਫਲੋਰੀਨ ਦਾ 9 ਤੇ ਨੀਓਨ ਦਾ 10। ਸੋ ਆਪਾਂ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਦੇਖਦੇ ਹਾਂ। ਲਿਥੀਅਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੈਗੀ ਹੈ 2 1।
ਸੋ ਇਹਦੇ ਵਿੱਚ ਵੈਲੈਂਸ ਇਲੈਕਟ੍ਰੋਨਸ ਜਿਹੜੇ ਨੇ ਉਹ ਲੈਸ ਦੈਨ 4 ਨੇ, 1 ਹੈ ਨਾ, ਸੋ ਇਹਦੀ ਜਿਹੜੀ ਵੈਲੈਂਸੀ ਹੈ ਵੈਲੈਂਸੀ ਵੀ 1 ਹੀ ਹੋ ਜਾਊਗੀ। ਠੀਕ ਹੈ, ਸੋ ਲਿਥੀਅਮ ਦੀ ਵੈਲੈਂਸੀ ਹੋਗੀ 1। ਬਰੀਲੀਅਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 2 ਹੈ। ਸੋ ਇਹਦੇ ਚ ਵੈਲੈਂਸ ਇਲੈਕਟ੍ਰੋਨਸ ਕਿੰਨੇ ਨੇ 2, ਇਹ ਵੀ ਲੈਸ ਦੈਨ 4 ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਬਰੀਲੀਅਮ ਦੀ ਵੈਲੈਂਸੀ ਵੀ ਹੋ ਗਈ 2। ਬੋਰੋਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 2-3 ਹੈ। ਇਹਦੇ ਵਿੱਚ ਵੈਲੈਂਸ ਇਲੈਕਟ੍ਰੋਨਸ ਦਾ ਨੰਬਰ ਕੀ ਹੈ 3, ਇਹ ਵੀ ਲੈਸ ਦੈਨ 4 ਹੈ, ਯਾਨੀ ਕਿ ਆਹੀ 3 ਜਿਹੜੀ ਹੈ ਇਹਦੀ ਵੈਲੈਂਸੀ ਹੋ ਜਾਊਗੀ ਬੋਰੋਨ ਦੀ। ਕਾਰਬਨ ਦੇ ਕੇਸ ਚ ਕੀ ਹੈ, ਐਟੋਮਿਕ ਨੰਬਰ ਹੈਗਾ 6, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੋਊਗੀ 2-4। ਸੋ ਇਹਦੇ ਵਿੱਚ ਜਿਹੜਾ ਹੈਗਾ 4 ਇਹੀ ਇਹਦੀ ਵੈਲੈਂਸੀ ਹੈ। ਅੱਗੋਂ ਹੁਣ ਗੱਲ ਕਰਦੇ ਆ ਨਾਈਟ੍ਰੋਜਨ ਦੀ, ਐਟੋਮਿਕ ਨੰਬਰ ਹੈਗਾ 7, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿੰਨੀ ਆ 2-5। ਸੋ ਇਹਦੇ ਚ ਵੈਲੈਂਸ ਇਲੈਕਟ੍ਰੋਨਸ ਦਾ ਨੰਬਰ ਕਿੰਨਾ 5। ਹੁਣ ਜਦੋਂ 4 ਤੋਂ ਜ਼ਿਆਦਾ ਵੈਲੈਂਸ ਇਲੈਕਟ੍ਰੋਨਸ ਹੋ ਜਾਣ ਉਦੋਂ ਵੈਲੈਂਸੀ ਕਿੱਦਾਂ ਕੱਢਣੀ ਆ, 8 ਚੋਂ ਮਾਈਨਸ ਕਰ ਦੇਣੇ ਆ ਜਿੰਨੇ ਵੈਲੈਂਸ ਇਲੈਕਟ੍ਰੋਨਸ ਹੈਗੇ ਨੇ। ਠੀਕ ਹੈ, ਹੁਣ ਆ ਕਿੰਨੇ ਇਲੈਕਟ੍ਰੋਨਸ ਨੇ 5 ਨੇ, ਆਪਾਂ 8 ਤੋਂ 5 ਮਾਈਨਸ ਕਰੋ, 8 ਤੋਂ 5 ਮਾਈਨਸ ਕੀਤੇ ਤੇ ਕੀ ਬਚਿਆ 3, ਯਾਨੀ ਕਿ ਨਾਈਟ੍ਰੋਜਨ ਦੀ ਵੈਲੈਂਸੀ ਕਿੰਨੀ ਹੋ ਗਈ 3 ਹੋ ਗਈ। ਠੀਕ ਹੈ, ਹੁਣ ਆਕਸੀਜਨ, ਇਹਦੀ ਕੀ ਹੁੰਦੀ ਹੈ ਇਲੈਕਟ੍ਰੋਨਿਕ ਕਨਫੀਗਰੇਸ਼ਨ 2-6। ਇਹਦੇ ਕੋਲ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਜਿਹੜੇ ਨੇ ਕਿੰਨੇ ਨੇ 6 ਨੇ, ਇਹ ਵੀ ਮੋਰ ਦੈਨ 4 ਹੋ ਗਏ। ਆਪਾਂ ਕੀ ਕਰਾਂਗੇ 8 ਮਾਈਨਸ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ, ਯਾਨੀ ਕਿ 8 ਮਾਈਨਸ 6 ਕਰਦੇ ਆ, ਵੈਲੈਂਸੀ ਕੀ ਹੋ ਗਈ ਇਹਦੀ 2 ਹੋ ਗਈ। ਫਲੋਰੀਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 2-7 ਹੈ। ਆ ਹੁਣ 7 ਜਿਹੜੇ ਨੇ ਆ ਕੀ ਨੇ ਇਹਦੇ ਵੈਲੈਂਸ ਇਲੈਕਟ੍ਰੋਨਸ ਨੇ, 8 ਮਾਈਨਸ 7 ਕਰੋ ਕੀ ਬਚਿਆ 1 ਬਚਿਆ, ਯਾਨੀ ਕਿ ਫਲੋਰੀਨ ਦੀ ਵੈਲੈਂਸੀ ਕੀ ਹੋ ਗਈ 1 ਹੋ ਗਈ। ਤੇ ਜਿਹੜਾ ਹੁੰਦਾ ਹੈ ਨੀਓਨ, ਇਹਦੇ ਚ ਵੈਲੈਂਸ ਇਲੈਕਟ੍ਰੋਨਸ ਕਿੰਨੇ ਹੁੰਦੇ ਨੇ 8, ਕਿਉਂਕਿ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈਗੀ 2-8। ਜਦੋਂ ਹੁਣ 8 ਪੂਰੇ ਹੋ ਗਏ ਨੇ ਯਾਨੀ ਕਿ ਆਕਟੈਟ ਕੰਪਲੀਟ ਹੋ ਗਿਆ, ਇਸ ਕਰਕੇ ਇਹ ਹੁਣ ਇਨਰਟ ਐਲੀਮੈਂਟ ਜਾਂ ਨੋਬਲ ਗੈਸ ਹੋ ਗਿਆ, ਕਿਉਂਕਿ ਇਹਨੇ ਨਾ ਇਲੈਕਟ੍ਰੋਨ ਲੈਣਾ ਨਾ ਦੇਣਾ, ਇਹਦਾ ਕੋਈ ਇੰਟਰਸਟ ਨਹੀਂਗਾ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਰਿਸ਼ਤੇਦਾਰੀ ਕਰਨ ਦਾ ਜਾਂ ਕੋਈ ਬੌਂਡ ਬਣਾਉਣ ਦਾ, ਇਸ ਕਰਕੇ ਇਹਦੀ ਵੈਲੈਂਸੀ ਜਿਹੜੀ ਆ ਉਹ ਨਿਲ ਹੋ ਜੂਗੀ। ਸੋ ਬਾਕੀ ਜਿਹੜੇ ਐਲੀਮੈਂਟਸ ਨੇ ਉਹਨਾਂ ਦੇ ਵਿੱਚ ਅਸੀਂ ਕੀ ਕਰਨਾ ਕਿ ਜੇ ਲੈਸ ਦੈਨ 4 ਵੈਲੈਂਸ ਇਲੈਕਟ੍ਰੋਨਸ ਦਾ ਨੰਬਰ ਆ ਤੇ ਫਿਰ ਉਹੀ ਉਹਦੀ ਵੈਲੈਂਸੀ ਆ, ਲੇਕਿਨ ਜੇ ਵੈਲੈਂਸ ਇਲੈਕਟ੍ਰੋਨਸ ਦਾ ਨੰਬਰ ਮੋਰ ਦੈਨ 4 ਹੈ ਤੇ ਫਿਰ 8 ਚੋਂ ਮਾਈਨਸ ਕਰਨਾ, ਜੋ ਆਊਗਾ ਉਹਦੀ ਵੈਲੈਂਸੀ ਹੋਏਗੀ। ਅਸੀਂ ਵਾਪਸ ਆਉਂਦੇ ਹਾਂ ਪੀਰੀਓਡਿਕ ਟੇਬਲ ਤੇ। ਆ ਆਪਣੇ ਕੋਲ ਪੀਰੀਓਡਿਕ ਟੇਬਲ ਆ ਇਹਦੇ ਗਰੁੱਪ ਆ ਗਰੁੱਪ 1 2 3 4 ਹੈ ਨਾ, ਆ ਸਾਰੇ ਇਹਦੇ ਗਰੁੱਪ ਆ। ਜੇ ਆਪਾਂ ਹੁਣ ਇਹਦੇ ਚ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਦੇਖਣੇ ਹੋਣ ਤਾਂ ਕਿੱਦਾਂ ਦੇਖਾਂਗੇ, ਦੇਖੋ ਗਰੁੱਪ 1 ਵਿੱਚ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਕਿੰਨੇ ਹੁੰਦੇ 1, ਠੀਕ ਹੈ, ਗਰੁੱਪ ਵੀ 1, ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਵੀ 1, ਯਾਨੀ ਕਿ ਇਹ ਜਿਹੜਾ ਗਰੁੱਪ 1 ਆ ਇਹਦੇ ਚ ਜਿੰਨੇ ਵੀ ਐਲੀਮੈਂਟਸ ਨੇ ਸਾਰਿਆਂ ਦੇ ਵੈਲੈਂਸ ਇਲੈਕਟ੍ਰੋਨਸ ਦਾ ਨੰਬਰ 1 ਆ, ਸਾਰਿਆਂ ਦੀ ਵੈਲੈਂਸੀ 1 ਆ। ਇਹ ਹੈਗਾ ਗਰੁੱਪ 2, ਇਹਦੇ ਵਿੱਚ ਵੀ ਜਿੰਨੇ ਐਲੀਮੈਂਟਸ ਆਣਗੇ ਸਾਰਿਆਂ ਦੇ ਵੈਲੈਂਸ ਇਲੈਕਟ੍ਰੋਨਸ ਦਾ ਨੰਬਰ ਕਿੰਨਾ ਵਾ 2 ਆ। ਠੀਕ ਹੈ, ਇਸੇ ਤਰ੍ਹਾਂ ਹੀ ਆ ਜਿਹੜੇ ਬਾਕੀ ਨੇ ਗਰੁੱਪਸ ਇਹਨਾਂ ਦੀ ਵੀ ਵੈਲੈਂਸ ਇਲੈਕਟ੍ਰੋਨਸ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਜਿੱਦਾਂ ਹੁਣ ਆ ਜਿਹੜੇ ਨੇ ਇੱਧਰ ਆ ਗਏ ਹੈ ਨਾ, ਆ ਗਰੁੱਪ 1 ਤੇ 2 ਇਹ ਕੀ ਹੋ ਗਏ ਐਸ ਬਲੋਕ ਐਲੀਮੈਂਟਸ, ਐਸ ਬਲੋਕ ਤੋਂ ਬਾਅਦ ਆ ਹੋ ਗਿਆ ਆਪਣੇ ਕੋਲ ਪੀ ਬਲੋਕ ਐਲੀਮੈਂਟਸ। ਠੀਕ ਆ, ਆ ਜਿਹੜੇ ਪੀ ਬਲੋਕ ਐਲੀਮੈਂਟਸ ਨੇ ਹੁਣ ਇਹਨਾਂ ਦੇ ਵਿੱਚ ਕਿੰਨੇ ਵੈਲੈਂਸ ਇਲੈਕਟ੍ਰੋਨਸ ਨੇ ਇਹ ਕਿੱਦਾਂ ਪਤਾ ਲੱਗੂਗਾ ਵੀ ਜਿਹੜਾ ਇਹਨਾਂ ਦਾ ਗਰੁੱਪ ਨੰਬਰ ਆ ਨਾ ਉਹਨੂੰ 10 ਤੋਂ ਮਾਈਨਸ ਕਰ ਦਿਓ। ਜਿੱਦਾਂ ਹੁਣ 13 ਵਾ, 13 ਮਾਈਨਸ 10 ਯਾਨੀ ਕਿ 3, ਇਹਦੇ ਚ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਕਿੰਨੇ ਹੋਣਗੇ 3 ਹੋਣਗੇ। ਇਸੇ ਤਰ੍ਹਾਂ ਹੀ ਆ 14ਵਾਂ ਗਰੁੱਪ ਆ, ਇਹਨੂੰ 14 ਨੂੰ ਮਾਈਨਸ 10 ਕਰ ਦਿਓ 4, ਯਾਨੀ ਕਿ ਇਹਦੇ ਚ ਵੈਲੈਂਸ ਇਲੈਕਟ੍ਰੋਨਸ ਜਿਹੜੇ ਨੇ 14ਵੇਂ ਗਰੁੱਪ ਚ 4 ਹੋਣਗੇ। 15 ਮਾਈਨਸ 10 ਕਰੋ ਯਾਨੀ ਕਿ 15ਵੇਂ ਗਰੁੱਪ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ ਉਹਨਾਂ ਦੇ ਵੈਲੈਂਸ ਇਲੈਕਟ੍ਰੋਨਸ ਦਾ ਨੰਬਰ ਹੋਊਗਾ 5। ਸੋ 16ਵਾਂ ਗਰੁੱਪ ਆ, ਇਹਨੂੰ 10 ਚੋਂ ਮਾਈਨਸ ਕਰੋ 6, ਯਾਨੀ ਕਿ 16ਵੇਂ ਗਰੁੱਪ ਦੇ ਐਲੀਮੈਂਟਸ ਦੇ ਕੋਲ 6 ਇਲੈਕਟ੍ਰੋਨਸ ਹੋਣਗੇ ਆਊਟਰ ਮੋਸਟ ਸ਼ੈਲ 'ਚ। ਤੇ 17ਵੇਂ ਗਰੁੱਪ ਨੂੰ ਅਗਰ ਆਪਾਂ ਦੇਖੀਏ ਤਾਂ ਇਹਦੇ ਵਿੱਚ ਜਿੰਨੇ ਵੀ ਐਲੀਮੈਂਟਸ ਹੋਣਗੇ ਉਹਨਾਂ ਸਾਰਿਆਂ ਦੇ ਕੋਲ ਜਿਹੜੇ ਵੈਲੈਂਸ ਇਲੈਕਟ੍ਰੋਨਸ ਦਾ ਨੰਬਰ ਕੀ ਹੋਊਗਾ 7 ਹੋਊਗਾ। ਜਦੋਂ ਕਿ 18ਵਾਂ ਗਰੁੱਪ ਜਿਹੜਾ ਇਹਦੇ ਵਿੱਚ ਜਿੰਨੇ ਵੀ ਐਲੀਮੈਂਟਸ ਹੋਣਗੇ ਉਹਨਾਂ ਦੇ ਸਾਰਿਆਂ ਦੇ ਕੋਲ ਹੀ ਵੈਲੈਂਸ ਇਲੈਕਟ੍ਰੋਨ ਦਾ ਨੰਬਰ 8 ਹੋਊਗਾ, ਯਾਨੀ ਕਿ ਇਹਨਾਂ ਦਾ ਆਕਟੈਟ ਕੰਪਲੀਟ ਹੋਊਗਾ। ਕਿਉਂਕਿ ਇਹਨਾਂ ਦਾ ਆਕਟੈਟ ਕੰਪਲੀਟ ਆ ਇਸ ਕਰਕੇ ਇਹ ਨੋਬਲ ਗੈਸਿਸ ਜਾਂ ਇਨਰਟ ਗੈਸਿਸ ਨੇ, ਕਿਉਂਕਿ ਇਹ ਕਿਸੇ ਦੇ ਨਾਲ ਰਿਐਕਟ ਨਹੀਂ ਕਰਨਾ ਚਾਹੁੰਦੀਆਂ। ਸੋ ਇਦਾਂ ਆਪਾਂ ਪੀਰੀਓਡਿਕ ਟੇਬਲ ਦੇ ਵਿੱਚ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਜਿਹੜੇ ਨੇ ਉਹ ਦੇਖ ਸਕਦੇ ਆ, ਤੇ ਵੈਲੈਂਸ ਇਲੈਕਟ੍ਰੋਨਸ ਦੇ ਅਕੋਰਡਿੰਗਲੀ ਹੀ ਅਸੀਂ ਕਿਸੇ ਐਲੀਮੈਂਟ ਦੀ ਵੈਲੈਂਸੀ ਜਿਹੜੀ ਆ ਉਹ ਕੈਲਕੂਲੇਟ ਕਰ ਸਕਦੇ ਆ। ਸੋ ਇਸ ਭਾਗ ਵਾਸਤੇ ਇੰਨਾ ਹੀ ਬਹੁਤ ਆ। ਇਸੇ ਚੈਪਟਰ ਨੂੰ ਹੁਣ ਅਸੀਂ ਅਗਲੇ ਭਾਗ ਦੇ ਵਿੱਚ ਕੰਟੀਨਿਊ ਕਰਾਂਗੇ ਤੇ ਜਿਹੜੀਆਂ ਹੋਰ ਵੀ ਪੀਰੀਓਡਿਕ ਪ੍ਰੋਪਰਟੀਜ਼ ਨੇ ਐਲੀਮੈਂਟਸ ਦੀਆਂ ਜਾਂ ਤੱਤਾਂ ਦੀਆਂ ਉਹ ਅਸੀਂ
ਭਾਗ 4 ਦੀ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ। ਜੇ ਤੁਹਾਨੂੰ ਇਹ ਵੀਡੀਓ ਯੂਜ਼ਫੁਲ ਲੱਗੀ ਹੋਵੇ ਤਾਂ ਬੇਟਾ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ, ਸਬਸਕ੍ਰਾਈਬ ਵੀ ਕਰਿਓ ਤੇ ਲਾਈਕ ਵੀ ਕਰਿਓ। ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੇ ਟੌਪਿਕ ਦੇ ਨਾਲ। ਥੈਂਕ ਯੂ ਸੋ ਮਚ ਫॉर ਵਾਚਿੰਗ।